औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अच्छा जनाब, साडा ਇੱਥੇ ਬਹਿ ਕੇ ਗੱਲਾਂ ਕਰਨੇ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਚਲੋ ਗੱਲਾਂ ਹੁੰਦੀਆਂ ਨੇ ਕਿ ਚਲੋ ਕਿਸੇ ਦੇ ਕੋਈ ਗੱਲ ਕੰਮ ਆ ਜਾਏ। ਕੰਮ ਆ ਜਾਏ, ਬਿਲਕੁਲ। ਅਗਰ ਕੋਈ ਵੀ ਗੱਲ ਕਿਸੇ ਬੰਦੇ ਦੇ ਕਿਸੇ ਕੰਮ ਆ ਜਾਏ ਦੀ ਤੇ ਸ਼ਾਇਦ ਸਾਡੇ ਜੇ ਗੁਨਾਹਗਾਰ ਜਿਹੜੇ ਆ ਉਹਨਾਂ ਦੇ ਵੀ ਕੋਈ ਬਖਸ਼ਿਸ਼ ਦਾ ਕੋਈ ਸਬੱਬ ਕੋਈ ਕਿਉਂ ਜ਼ਰੀਆ ਨਹੀਂ ਬਣ ਜੀ, ਜਾਏ। ਬਿਲकुल। ਇੱਕ ਨਾ ਹਰ ਬੰਦਾ ਜਿਸ ਵਕਤ ਕੋਈ ਬੰਦਾ ਬਿਮਾਰ ਹੁੰਦਾ ਹੈ ਜਾਂ ਕੋਈ ਵੀ ਪਰੇਸ਼ਾਨੀ ਤਕਲੀਫ ਵਿੱਚ ਕੋਈ ਬੰਦਾ ਹੁੰਦਾ ਹੈ, बिल्कुल जी, बिल्कुल। ਹਰ ਬੰਦਾ ਭੱਜ ਦੌੜ ਕਰਦਾ ਆਪਣੀ ਆਪਣੀ ਤਰਫੋਂ ਨਾ, ਜਿੱਥੋਂ ਤੱਕ ਕਿਸੇ ਕੋਲ ਹੋ ਸਕਦਾ ਕੋਈ ਡਾਕਟਰ ਕੋਲੇ ਜਾਂਦਾ ਹੈ, ਹਕੀਮ ਕੋਲੇ ਜਾਂਦਾ ਹੈ, ਜੋ ਵੀ ਹੁੰਦਾ ਹੈ, ਆਪਣਾ ਦਵਾ ਦਾਰੂ ਇਲਾਜ ਬੰਦੇ ਕਰਦੇ ਹੀ ਨੇ। जी जी। ਪਰ ਕਿਸੇ ਕਿਸੇ ਵਕਤ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਹੈ, ਬਲਕਿ ਅਕਸਰ ਦੇਖਿਆ ਕਿ ਬੜੇ ਬੰਦੇ ਕਹਿੰਦੇ ਹੁੰਦੇ ਨੇ ਪਏ ਕਿ ਜੀ ਅਸੀਂ ਫਲਾਨੀ ਬਿਮਾਰੀ ਹੈ, ਬੜੀਆਂ ਦਵਾਈਆਂ ਲਈਆਂ ਨੇ, ਕਿਧਰੋਂ ਆਰਾਮ ਨਹੀਂ ਆ ਰਿਹਾ। ਕੁਝ ਬੰਦੇ ਹੁੰਦੇ ਨੇ ਕਿ ਜਿਹੜੇ ਸ਼ੂਗਰ ਦੇ ਮਰੀਜ਼ ਬਣੇ ਹੁੰਦੇ ਨੇ, ਮਤਲਬ ਕਿ ਹਰ ਬੰਦੇ ਨੂੰ ਕਿਸੇ ਨਾ ਕਿਸੇ ਨੂੰ ਨਾ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਤਕਲੀਫ ਹੁੰਦੀ ਹੈ। जी बिल्कुल। ਕੁਝ ਬੰਦੇ ਹੁੰਦੇ ਨੇ ਉਂਝ ਬਿਮਾਰੀਆਂ ਦੀ ਵਜ੍ਹਾ ਤੋਂ ਪਰੇਸ਼ਾਨ ਹੁੰਦੇ ਨੇ, ਕਈਆਂ ਨੂੰ ਹੋਰ ਬੜੀ ਕੁਝ ਪਰੇਸ਼ਾਨੀਆਂ ਹੁੰਦੀਆਂ ਨੇ। ਮਤਲਬ ਇਹ ਵੇ ਕਿ ਹਰ ਬੰਦਾ ਜਿਹੜਾ ਨਾ ਉਹ ਆਪਣੀ ਕਿਸੇ ਨਾ ਕਿਸੇ ਟੈਨਸ਼ਨ ਵਿੱਚ ਮੌਜੂਦ। ਇਹ ਜਿਹੜਾ ਦੌਰ ਜਾ ਰਿਹਾ, ਖਾਸ ਕਰਕੇ ਇਸ ਦੌਰ ਦੇ ਵਿੱਚ ਟੈਨਸ਼ਨਾਂ ਬਹੁਤ ਨੇ ਬੰਦਿਆਂ ਨੂੰ। ਕਿਸੇ ਕਿਸੇ ਵਕਤ ਕੋਈ ਐਸੇ ਵਾਕਿਆ ਹੋ ਜਾਂਦੇ ਨੇ ਕਿ ਜਿਹੜੇ ਇੱਕ ਬੜੇ ਨਸੀਹਤ ਆ ਰਹੇ ਹੁੰਦੇ ਨੇ, ਉਹਨਾਂ ਤੋਂ ਸਬਕ ਹਾਸਲ ਕਰਨੇ ਦੀ ਜ਼ਰੂਰਤ ਹੁੰਦੀ ਹੈ ਬੰਦਿਆਂ ਨੂੰ। ਤੇ ਅਗਰ ਇਹੋ ਜਿਹਾ ਵਾਕਿਆ ਤੋਂ ਕੋਈ ਬੰਦੇ ਸਬਕ ਹਾਸਲ ਕਰ ਲੈਣ ਤੇ ਫਿਰ ਸਾਡੇ ਵਾਸਤੇ ਬੜੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਂਦੇ ਨੇ। जी बिल्कुल। ਹੁਣ ਜਿਹੜਾ ਇੱਕ ਵਾਕਿਆ ਸੀ ਤੁਹਾਨੂੰ ਦੱਸਣ ਲੱਗੇ ਆ ਨਾ, ਇਹ ਵਾਕਿਆ ਇਹ ਵੇ ਕਿ ਇੱਕ ਬੰਦਾ ਸੀ ਕੋਈ ਮਲਕ ਸਾਹਿਬ ਹੀ, ਉਹ ਬਿਮਾਰ ਹੋ ਜਾਂਦੇ ਨੇ ਬੜੇ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਬਿਮਾਰੀਆਂ ਨੇ, ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਲਟਰਨ ਪਟਰਨ ਬੜੀਆਂ ਬਿਮਾਰੀਆਂ ਹੁੰਦੀਆਂ ਨੇ ਕਿ ਜੀ ਉਹ ਬੜੇ ਬਿਮਾਰ ਹੋ ਜਾਂਦੇ ਨੇ ਮਲਕ ਸਾਹਿਬ। ਬੜੀਆਂ ਦਵਾਈਆਂ ਲੈਂਦੇ ਨੇ, ਡਾਕਟਰਾਂ ਕੋਲੋਂ ਵੀ ਹਕੀਮਾਂ ਕੋਲੋਂ ਵੀ, ਸਭ ਆਪਣਾ ਜਿੱਥੋਂ ਤੱਕ ਦੌੜ ਭੱਜ ਹੁੰਦੀ ਹੈ ਕਰਦੇ ਨੇ, ਪੈਸੇ ਧੇਲੇ ਦੀ ਕਮੀ ਕੋ ਨਹੀਂ ਹੁੰਦੀ, ਦਵਾਈਆਂ ਸ਼ਵਾਈਆਂ ਲੈਂਦੇ ਰਹਿੰਦੇ ਨੇ, ਬਹਰਹਾਲ ਕੋਈ ਫਰਕ ਨਹੀਂ ਪੈ ਰਿਹਾ ਹੁੰਦਾ। ਹੱਤਾ ਕਿ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਥੱਕ ਹਾਰ ਕੇ ਬਹਿ ਜਾਂਦੇ ਨੇ ਤੇ ਦਵਾਈਆਂ ਦਾ ਕੋਈ ਅਸਰ ਫਾਇਦਾ ਨਹੀਂ ਹੋ ਰਿਹਾ। ਜਿਸ ਬੰਦੇ ਨੇ ਇਹ ਗੱਲ ਦੱਸੀ ਹੈ ਨਾ, ਉਹ ਬੰਦਾ ਕਹਿੰਦਾ ਹੈ ਕਿ ਮੈਂ ਜਾਣਾ ਵਾ ਇੱਕ ਵਾਰੀ, ਇਸੇ ਤਰ੍ਹਾਂ ਮੇਰਾ ਉਧਰ ਗੁਜ਼ਰ ਹੁੰਦਾ ਹੈ ਉਹਨਾਂ ਦੇ ਇਲਾਕੇ ਵੱਲ, ਮਲਕ ਸਾਹਿਬ ਦੇ ਇਲਾਕੇ ਵੱਲ, ਤੇ ਮੈਂ ਜਾਣਾ ਵਾ ਕਿ ਚਲੋ ਮਲਕ ਸਾਹਿਬ ਨੂੰ ਮਿਲ ਲਈਏ। ਬਿਮਾਰ ਨੇ, ਚਲੋ ਉਹਨਾਂ ਦੀ ਕੋਈ ਤਿਮਾਰਦਾਰੀ ਕੋਈ ਪਤਾ ਨਹੀਂ ਮੈਂ ਕਰ ਲਈਏ ਉਹਨਾਂ ਦਾ, ਮਲਕ ਸਾਹਿਬ ਦਾ ਹਾਲ ਵਾਲ ਦਾ। जी जी। ਉਹ ਕਹਿੰਦਾ ਜੇ ਮੈਂ ਜਾਣਾ ਵਾ ਤੇ ਮਲਕ ਸਾਹਿਬ ਅੱਗੇ ਫਿਰਦੇ ਟੁਰਦੇ ਹੁੰਦੇ ਨੇ, ਮੈਂ ਉਹਨਾਂ ਦਾ ਪਤਾ ਕਰਨ ਜਾਣਾ ਵਾ, ਮਲਕ ਸਾਹਿਬ ਅੱਗੇ ਫਿਰਦੇ ਟੁਰਦੇ ਹੁੰਦੇ ਨੇ ਪਏ। ਉਹ ਬੰਦਾ ਕਹਿੰਦਾ ਹੈ ਕਿ ਮੈਂ ਹੈਰਾਨ ਹੋ ਗਿਆ ਦੇਖ ਕੇ ਕਿ ਮੈਂ ਤੇ ਇਹਨਾਂ ਨੂੰ ਬੜਾ ਬਿਮਾਰ ਦੇਖਿਆ ਆ, ਤੇ ਫਿਰ ਇਹ ਆ ਕਿ ਇਹਨਾਂ ਦੇ ਬਕੋਲ ਕਿ ਬਈ ਇਹ ਮਕਸਦ ਕਿ ਕਿਸੇ ਦਵਾਈ ਨਾਲ ਆਰਾਮ ਨਹੀਂ ਆ ਰਿਹਾ, ਲਿਆਦਾ ਹੁਣ ਮੈਂ ਦਵਾਈਆਂ ਤੋਂ ਦਿਲ ਚੁੱਕ ਦਿੱਤੇ ਨੇ, ਛੱਡ ਦਿੱਤਾ ਹੁਣ ਕਿ ਬਸ ਹੁਣ ਅਗਾਂਹ ਦੀ ਤਿਆਰੀ ਕਰੀ ਜੇ। ਉਹ ਤੇ ਸਾਰੀ ਗੱਲ ਹਰ ਕਿਸੇ ਨੇ ਜਾਣਾ ਹੀ ਜਾਣਾ, ਮੌਤ ਬਾਰ ਆ ਕੇ ਹਰ ਕਿਸੇ ਨੇ ਇੱਕ ਦਿਨ ਇਹਦਾ ਮਜ਼ਾ ਚਖਣਾ ਹੈ। जी बिल्कुल, कोई शक नहीं। ਉਹ ਕਹਿੰਦਾ ਕਿ ਮੈਂ ਮਲਕ ਸਾਹਿਬ ਨੂੰ ਪੁੱਛਿਆ, ਮੈਂ ਆਖਿਆ ਜੀ ਮਲਕ ਸਾਹਿਬ ਤੁਸੀਂ ਬੜੇ ਬਿਮਾਰ ਹੋ ਤੇ ਹੁਣ ਤੇ ਤੁਸੀਂ ਮਾਸ਼ਾਅੱਲਾ ਫਿਰਦੇ ਟੁਰਦੇ ਹੋ ਪਏ। ਮਲਕ ਸਾਹਿਬ ਕਹਿੰਦੇ ਨੇ ਕਿ ਮੈਂ ਤੁਹਾਨੂੰ ਪਤਾ ਹੀ ਹੈ ਬਿਮਾਰ ਸੀ, ਦਵਾਈਆਂ ਵੀ ਬੜੀਆਂ ਲਈਆਂ ਨੇ, ਬਾਕੀ ਮੈਂ ਇੱਕ ਇਲਾਜ ਕੀਤਾ, ਉਸ ਇਲਾਜ ਨਾਲ ਅੱਲਾ ਨੇ ਮੈਨੂੰ ਸ਼ਫਾ ਦੇ ਦਿੱਤੀ ਹੈ, ਮੈਂ ਦਿਨ ਬ ਦਿਨ ਠੀਕ ਹੋ ਰਿਹਾ ਹਾਂ। ਉਹਨੇ ਕਿਹਾ ਕਿ ਜੀ ਉਹ ਕੀ ਇਲਾਜ ਕੀਤਾ? ਮੈਂ ਕਿਹਾ ਕਿ ਮਲਕ ਸਾਹਿਬ ਨੇ ਕਿਹਾ ਕਿ ਮੇਰੇ ਬੇਟੇ ਜਿਹੜੇ ਨੇ ਉਹ ਕੁਝ ਬਾਹਰ ਆਉਂਦੇ ਨੇ, ਇੱਕ ਅੱਧਾ ਇੱਥੇ ਆਪਣੇ ਕਾਰੋਬਾਰਾਂ ਦੇ ਵਿੱਚ ਮਸਰੂਫ ਨੇ, ਬਿਜ਼ਨਸ ਨੇ, ਮੇਰੀ ਦੇਖਭਾਲ ਵਾਸਤੇ ਨਾ ਉਹਨਾਂ ਨੇ ਇੱਕ ਨਾ ਬੱਚਾ ਮੈਂ ਮੁਲਾਜ਼ਮ ਮੇਰੇ ਕੋਲ ਛੱਡਿਆ। ਇਸ ਬੱਚਾ ਜਿਹੜਾ ਨਾ ਉਹ ਮਕਸਦ ਹੈ ਕਿ ਮੈਨੂੰ ਕੋਈ ਪਾਣੀ, ਕੋਈ ਮਕਸਦ ਹੈ ਕਿ ਅੱਗਾ ਪਿੱਛਾ ਕਰਦਾ ਆ, ਕੋਈ ਬਿਸਤਰਾ ਠੀਕ ਕਰ ਦਿੱਤਾ, ਪਾਣੀ ਦੇ ਦਿੱਤਾ, ਰੋਟੀ ਪਾਣੀ ਦੇ ਦਿੱਤਾ। ਕਹਿੰਦੇ ਨੇ ਉਸ ਬੱਚੇ ਕੋਲੋਂ ਮੈਂ ਪੁੱਛਿਆ ਵੀ ਤੂੰ ਪੜ੍ਹਦਾ ਨਹੀਂ ਹੈ, ਸਕੂਲ ਨਹੀਂ ਜਾਂਦਾ? ਉਹਨੇ ਕਿਹਾ ਜੀ ਸਕੂਲ ਮੈਂ ਨਹੀਂ ਜਾਂਦਾ ਕਿਉਂਕਿ ਮੇਰੇ ਹਾਲਾਤ ਨਹੀਂ ਆਣ ਸਕੂਲ ਜਾਣ ਦੇ।
ਅਸੀਂ ਗਰੀਬ ਬੰਦੇ ਹਾਂ ਤੇ ਸਾਡੇ ਹਾਲਾਤ ਨਹੀਂ ਹਨ। ਮਲਕ ਸਾਹਿਬ ਕਹਿੰਦੇ ਨੇ ਕਿ ਮੈਂ ਉਹਨੂੰ ਕਿਹਾ ਕਿ ਵੀ ਕੀ ਹਾਲਾਤ ਨੇ ਤੁਹਾਡੇ, ਤੇਰਾ ਬਾਪ ਕੀ ਕਰਦਾ? ਉਹਨੇ ਆਖਿਆ ਜੀ ਬਾਪ ਮੇਰਾ ਜਿਹੜਾ ਬਿਮਾਰ ਹੈ, ਮੰਜੀ ਤੇ ਵੇ, ਉਹ ਕੰਮ ਨਹੀਂ ਕਰ ਸਕਦਾ। ਮਾਂ ਵਾਲਦਾ ਮੇਰੀ ਕੰਮ ਕਰਦੀ ਏ, ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ, ਲੋਕਾਂ ਦੇ ਘਰਾਂ 'ਚ ਮੇਰੀ ਵਾਲਦਾ ਕੰਮ ਕਰਦੀ। ਤੇ ਮੈਂ ਜਿਹੜਾ ਮੈਂ ਵੀ ਫਿਰ ਹੁਣ ਇੱਥੇ ਤੁਹਾਡੇ ਕੋਲੇ ਕੰਮ ਲੱਗ ਗਿਆ ਵਾਂ ਕਿ ਚਲੋ ਕੋਈ ਵਾਲਦਾ ਨਾਲ ਕੋਈ ਹੱਥ ਉਠਾ ਲਾਂ। ਮਲਕ ਸਾਹਿਬ ਕਹਿੰਦੇ ਨੇ ਕਿ ਮੈਂ ਨਾ ਬੰਦੇ ਇੱਕ ਨੂੰ ਬੁਲਾਇਆ, ਮੁਨਸ਼ੀ ਆਪਣੇ ਨੂੰ ਬੁਲਾ ਕੇ ਮੈਂ ਕਿਹਾ ਵੀ ਤੂੰ ਇੰਝ ਕੰਮ ਕਰ ਬਈ, ਤੂੰ ਨਾ ਬੱਚੇ ਨੂੰ ਲੈ ਜਾ ਤੇ ਇਹਨੂੰ ਸਕੂਲ ਦਾਖਲ ਕਰਾ ਤੇ ਇਹਨੂੰ ਵਰਦੀ ਕਿਤਾਬਾਂ ਸ਼ਤਾਬਾਂ ਹਾਰਸ਼ਾ ਜਿਹੜੀ ਹੈ ਨਾ ਇਹਨੂੰ ਲੈ ਕੇ ਦੇ। बड़ी गल है जी, ये तो नेकी है। ਉਹ ਬੱਚੇ ਨੇ ਕਿਹਾ ਕਿ ਵੀ ਮੈਂ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਅਗਰ ਸਕੂਲ ਜਾਵਾਂ ਤਾਂ ਮਕਸਦ ਤੁਹਾਡੇ ਕੋਲ ਮੈਨੂੰ ਤਨਖਾਹ ਨਹੀਂ ਮਿਲਣ ਲੱਗੀ ਤੇ ਮੈਂ ਵਾਲਦਾ ਦਾ ਹੱਥ ਬਿਠਾਉਣਾ ਚਾਹੁੰਦਾ ਵਾਂ। ਹੋਰ ਵੀ ਭੈਣਾਂ ਭਾਈ ਨੇ। ਮਲਕ ਸਾਹਿਬ ਕਹਿੰਦੇ ਨੇ ਮੈਂ ਉਹਨੂੰ ਕਿਹਾ ਕਿ ਵੀ ਤੇਰਾ ਨਾ ਤਨਖਾਹ ਜਿਹੜੀ ਉਹ ਤੇਰੀ ਰੋਵੇ ਦੀ, ਤੂੰ ਸਕੂਲ ਜਾਈਂ ਕਰੀ, ਸਕੂਲ ਪੜ੍ਹ ਕੇ ਤੂੰ ਆ ਜਾਈਂ ਕਰੀ, ਫਿਰ ਮੇਰੇ ਕੋਲ ਤਨਖਾਹ ਤੈਨੂੰ ਮਿਲਦੀ ਰੋਵੇ ਕਰੇ ਦੀ। ਬੱਚਾ ਖੁਸ਼ ਹੋ ਗਿਆ, ਬੱਚੇ ਨੂੰ ਕਹਿੰਦੇ ਨੇ ਦਾਖਲ ਕਰਾਇਆ ਸਕੂਲ। ਜਿਸ ਵਕਤ ਇਹ ਬੱਚੇ ਨੂੰ ਸਕੂਲ ਦਾਖਲ ਕਰਾਇਆ ਨਾ ਤੇ ਉਸ ਦਿਨ ਮਲਕ ਸਾਹਿਬ ਕਹਿੰਦੇ ਨੇ ਕਿ ਮੈਂ ਰੱਜ ਕੇ ਪੇਟ ਭਰ ਕੇ ਰੋਟੀ ਖਾਧੀ, ਜਿਹੜੀ ਪਹਿਲਾਂ ਮੈਂ ਖਾ ਹੀ ਨਹੀਂ ਸਕਦਾ ਆ। ਰੋਟੀ ਪੇਟ ਭਰ ਕੇ ਮੈਂ ਖਾਧੀ। ਸੁਬਾਹ ਉੱਠ ਕੇ ਤੇ ਮੈਂ ਜੇਕਰ ਵਾਸ਼ਰੂਮ ਜਾਣ ਵਾਸਤੇ ਪਹਿਲਾਂ ਮੈਨੂੰ ਸਾਰੇ ਦੀ ਜ਼ਰੂਰਤ ਹੁੰਦੀ, ਉਸ ਦਿਨ ਮੈਂ ਉੱਠਿਆ ਬਗੈਰ ਸਾਰੇ ਤੋਂ ਉੱਠ ਖਲੋਤਾ। वो नेकी दा काम अल्लाह नूं पसंद आ गई। ਪਸੰਦ ਆ ਗਿਆ ਅੱਲਾ ਨੂੰ। जी जी। ਮਲਕ ਸਾਹਿਬ ਕਹਿੰਦੇ ਨੇ ਮੈਂ ਨਾ ਫਿਰ ਕਿਹਾ ਮੁਨਸ਼ੀ ਨੂੰ ਬੁਲਾਇਆ। ਮੁਨਸ਼ੀ ਨੂੰ ਬੁਲਾ ਕੇ ਮੈਂ ਉਹਨੂੰ ਕਿਹਾ ਕਿ ਵੀ ਤੂੰ ਇਲਾਕੇ ਦੇ ਵਿੱਚੋਂ ਬੱਚੇ ਲੱਭ ਇਸ ਤਰ੍ਹਾਂ ਦੇ ਕਿ ਜਿਹੜੇ ਪੜ੍ਹਨਾ ਚਾਹੁੰਦੇ ਹੋਣ, ਬਾਕੀ ਹਾਲਾਤਾਂ ਦੀ ਵਜ੍ਹਾ ਤੋਂ ਉਹ ਪੜ੍ਹ ਨਾ ਸਕਦੇ ਹੋਣ ਤੇ ਕੰਮਾਂ ਤੇ ਲੱਗੇ ਹੋਣ। ਇਸ ਤਰ੍ਹਾਂ ਦੇ ਬੱਚੇ ਇਲਾਕੇ ਦੇ ਵਿੱਚੋਂ ਢੂੰਡ ਕੇ ਲਿਆ। ਉਹ ਮੁਨਸ਼ੀ ਨੇ ਬੱਚੇ ਹੋਰ ਲੈਣ ਦੇ ਕੋਈ ਕਹਿੰਦੇ ਮੈਂ ਫਿਰ ਉਹ ਜਿਹੜੇ ਵੀ ਬੱਚੇ ਨਾ ਪੜ੍ਹਨ ਵਾਲੇ ਉਹਨਾਂ ਨੂੰ ਮੈਂ ਦਾਖਲ ਕਰਾਉਂਦਾ ਗਿਆ। ਉਹਨਾਂ ਦੀਆਂ ਫੀਸਾਂ ਦਾ ਕਿਤਾਬਾਂ ਦਾ ਮੈਂ ਜ਼ੁਮਾ ਉਠਾਉਂਦਾ ਗਿਆ ਵਾਂ। ਉਹ ਜਿਉਂ ਇਹ ਬੱਚੇ ਜਿਹੜੇ ਨੇ ਮੈਂ ਦਾਖਲ ਕਰਾਉਂਦਾ ਗਿਆ ਵਾਂ, ਮੈਨੂੰ ਅੱਲਾਹ ਤਾਲਾ ਸਿਹਤ ਦਿੰਦਾ ਗਿਆ। मैं अल्हम्दुलिल्लाह ਤੁਹਾਡੇ ਸਾਹਮਣੇ ਆ, ਠੀਕ ਹਾਂ, ਸਿਹਤਮੰਦ। नेकी दा ज़ाहिर है कि ये साले सवाब और दूसरा है कि फायदा तो होता है। ਫਾਇਦਾ ਹੁੰਦਾ ਹੈ। ਅਸਲ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨਾ, ਇਹ ਹੁਣ ਦੇਖੋ ਇਹ ਵਾਕਿਆ ਹੈ। बड़ा प्यारा वाकया है जी। ਬੜੇ ਬੰਦੇ ਗੱਲ ਸੁਣਨ ਵਾਲੇ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਸੁਣੀਆਂ ਨੇ। ਬਾਕੀ ਗੱਲਾਂ ਅਗਰ ਸੁਣੀਆਂ ਨੇ ਨਾ ਉਹਦੇ ਵਿੱਚੋਂ ਜਿੱਥੋਂ ਤੱਕ ਹੋ ਸਕਦਾ ਬੰਦਾ ਉਹਨਾਂ ਗੱਲਾਂ ਨੂੰ ਸੁਣ ਕੇ ਤੇ ਕੁਝ ਕਮ ਸੇ ਕਮ ਨੀਅਤ ਕਰੇ ਨਾ ਕਿ ਸਾਨੂੰ ਵੀ ਇਸ ਤਰ੍ਹਾਂ ਕਰਨਾ। ਉਹ ਜ਼ਰੂਰੀ ਨਹੀਂ, ਉਹ ਤੇ ਚਲੋ ਮਲਕ ਸਾਹਿਬ ਸੀ, ਸਭ ਹਸੀਅਤ ਸੀ, ਉਹਨਾਂ ਕੋਲੇ ਪੈਸਾ ਆਇਆ, ਉਹਨਾਂ ਨੇ ਬੱਚਿਆਂ ਦੀ ਪੜ੍ਹਾਈਆਂ ਦਾ ਜ਼ਿੰਮਾ ਚੁੱਕ ਲਿਆ। ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲੇ ਅਗਰ ਪੈਸਾ ਨਹੀਂ ਹੈ, ਤੁਸੀਂ ਉਤਨੇ ਕੋਈ ਮਕਸਦ ਹੈ ਕਿ ਸਭ ਹਸੀਅਤ ਨਹੀਂ ਹੋਇਆ ਤੇ ਤੁਸੀਂ ਹੁਣ ਕਹਿੰਦੇ ਹੋ ਕਿ ਅਸੀਂ ਕੀ ਕਰ ਸਕਦੇ ਹਾਂ। ਨੇਕੀ ਦੇ ਬੜੇ ਤਰੀਕੇ ਹੁੰਦੇ ਨੇ। जी बिल्कुल। ਕਿਸੇ ਦਾ ਜਾਂਦਿਆਂ ਅਗਰ ਕਿਸੇ ਬੰਦੇ ਨੇ ਕੋਈ ਮਕਸਦ ਹੈ ਕਿ ਕੋਈ ਲੱਦਾ ਚੁੱਕਣਾ, ਉਹਨੂੰ ਤੁਸੀਂ ਹੱਥ ਪਾ ਸਕਦੇ ਹੋ, ਉਹਨੂੰ ਤੁਸੀਂ ਲੱਦਾ ਚੁਕਾ ਦਿੰਦੇ ਹੋ ਆਪਣਾ ਰੁਕ ਕੇ ਟਾਈਮ ਕੱਢ ਕੇ, ਉਹ ਵੀ ਸਵਾਬ ਹੈ। ਕੋਈ ਬੰਦਾ ਜਾ ਰਿਹਾ ਹੈ, ਕਿਸੇ ਦਾ ਮਕਸਦ ਹੈ ਕਿ ਮੋਟਰਸਾਈਕਲ ਹੈ, ਕਿਸੇ ਦੀ ਸਵਾਰੀ ਕੋਈ ਖਰਾਬ ਹੋਈ ਹੈ, ਤੁਸੀਂ ਰੁਕ ਕੇ ਉਹਦੀ ਹੈਲਪ ਕਰ ਸਕਦੇ ਹੋ, ਉਹ ਵੀ ਸਵਾਬ ਹੈ। ਕਿਸੇ ਨੂੰ ਸੜਕ ਪਾਰ ਕਰਾ ਦਿੰਦੇ, ਉਹ ਵੀ ਸਵਾਬ ਹੈ। ਬੰਦੇ ਨੂੰ ਸੁਬਾਹ ਤੋਂ ਲਾ ਕੇ ਨਾ ਸਾਡਾ ਅਸਲ ਪਤਾ ਕੀ ਗੱਲ ਹੈ, ਅਸੀਂ ਸਿਰਫ ਇਹ ਸਿਰ ਵੇਖਨੇ ਆ, ਹਿਸਾਬ ਕਿਤਾਬ ਰੱਖਿਆ ਹੁੰਦਾ ਕਿ ਸੁਬਾਹ ਤੋਂ ਲਾ ਕੇ ਤੇ ਸ਼ਾਮ ਹੋ ਗਈ, ਅਸੀਂ ਅੱਜ ਦਿਨ ਵਿੱਚ ਕਮਾਇਆ ਕੀ ਹੈ। ਅੱਛਾ, ਉਹ ਵੀ ਬੰਦੇ ਕਾਮਯਾਬ ਨੇ ਕਿ ਜਿਹੜੇ ਕਮ ਸੇ ਕਮ ਇਹ ਤੇ ਧਿਆਨ ਰੱਖਦੇ ਨੇ ਕਿ ਅਸੀਂ ਅੱਜ ਦਿਨ ਵਿੱਚ ਕਮਾਇਆ ਕੀ ਹੈ। ਕੁਝ ਬੰਦੇ ਆ ਨੇ, ਕੁਝ ਅੱਲਾਹ ਪਾਕ ਦੇ ਪਰਮ ਨੇ ਵੀ ਨੇ ਕਿ ਜਿਹੜੇ ਸੁਬਾਹ ਤੋਂ ਸ਼ਾਮ ਹੋ ਜਾਂਦੀ ਹੈ ਨਾ ਉਹਨਾਂ ਨੇ ਕੁਝ ਦਿਨ ਵਿੱਚ ਕਮਾਇਆ ਤੇ ਨਾ ਕੁਝ ਕਮਾਇਆ, ਉਹਨਾਂ ਨੇ ਜ਼ਿੰਦਗੀ ਇਸੇ ਤਰ੍ਹਾਂ ਹੀ ਗੁਜ਼ਾਰ ਦਿੱਤੀ ਹੈ। ਬਾਕੀ ਇਹ ਅਗਰ ਅਸੀਂ ਵੇਖਦੇ ਹਾਂ ਨਾ ਕਿ ਅਸੀਂ ਅੱਜ ਦਿਨ ਵਿੱਚ ਕਮਾਇਆ ਕੀ ਹੈ, ਤੇ ਇਸੇ ਤਰ੍ਹਾਂ ਅਗਰ ਸੁਬਾਹ ਤੋਂ ਲਾ ਕੇ ਜਿਸ ਵਕਤ ਸ਼ਾਮ ਨੂੰ ਬੰਦਾ ਲੇਟਦਾ ਨਾ, ਨਮਾਜ਼ ਤੇ ਇਸ਼ਾ ਦੀ ਨਮਾਜ਼ ਪੜ੍ਹ ਕੇ ਅਲਹਮਦੁਲਿਲਾ ਸਾਰਿਆਂ ਮੁਸਲਮਾਨਾਂ ਨੂੰ ਪੜ੍ਹਨੀ ਚਾਹੀਦੀ ਹੈ। ਮੁਸਲਮਾਨ
ਹੋਣ ਦਾ ਮਤਲਬ ਇਹ ਵੇ ਕਿ ਨਮਾਜ਼ ਜਿਹੜੀ ਉਹ ਤੇ ਪੜ੍ਹਨੀ ਜ਼ਰੂਰੀ ਹੈ ਨਾ। ਬਹਰਹਾਲ ਬੰਦੇ ਨੂੰ ਨਾਲ ਇਹ ਵੀ ਸੋਚਣਾ ਚਾਹੀਦਾ ਕਿ ਅੱਜ ਦਿਨ ਦੇ ਵਿੱਚ ਮੈਂ ਨੇਕੀਆਂ ਕਿਤਨੀਆਂ ਕੀਤੀਆਂ ਨੇ, ਪੂਰੇ ਦਿਨ ਦੇ ਵਿੱਚ ਮੈਂ ਨੇਕੀਆਂ ਕਿਤਨੀਆਂ ਕੀਤੀਆਂ ਨੇ, ਕਿਸੇ ਇਨਸਾਨ ਦੀ ਮਦਦ ਮੈਂ ਕਿਤਨੀ ਕੁ ਕੀਤੀ ਹੈ। ਉਹ ਜਿਹੜੀ ਚੀਜ਼, ਉਹ ਜਿਹੜਾ ਹਿਸਾਬ ਹੈ ਨਾ, ਉਹ ਤੁਹਾਡਾ ਬੈਂਕ ਬੈਲੈਂਸ, ਉਹ ਤੁਹਾਡਾ ਅੱਗੇ ਵਾਸਤੇ ਵੇ, ਉਹਦਾ ਵੀ ਹਿਸਾਬ ਰੱਖਣਾ ਚਾਹੀਦਾ ਕਿ ਮੈਂ ਅੱਜ ਆਪਣੇ ਅੱਗੇ ਵਾਸਤੇ ਕੀ ਕੁਝ ਕਮਾਇਆ ਹੈ। जी ਦੁਨੀਆ ਵਾਸਤੇ ਤੇ ਹਿਸਾਬ ਕਰਨੇ ਆ ਅਸੀਂ ਕਿ ਅੱਜ ਦਿਨ ਵਿੱਚ ਇਤਨੀ ਕਮਾਈ ਕੀਤੀ ਹੈ। ਉਹ ਜਿਹੜੀ ਇਤਨੀ ਕਮਾਈ ਕੀਤੀ ਹੈ ਉਹਦਾ ਬਜਟ ਬਣਾਉਣਾ ਹੈ ਕਿ ਜੀ ਉਹ ਕਿੱਥੇ ਕਿੱਥੇ ਲਾਣੀ ਹੈ। ਇਹਦੇ ਨਾਲ ਹੀ ਥੋੜਾ ਕੁ ਨਾਲ ਉਹ ਵੀ ਇੱਕ ਮਕਸਦ ਹੈ ਕਿ ਖਾਤਾ ਖੋਲਣਾ ਚਾਹੀਦਾ ਹੈ ਅੱਗੇ ਆ ਰਹਾ ਬਈ, ਅੱਗੇ ਵਾਸਤੇ ਵੀ ਜਿਹੜਾ ਨਾ ਕੁਝ ਕਮਾਈ ਜਿਹੜੀ ਹੈ ਨਾ ਉਹ ਵੀ ਅਕਾਊਂਟ ਖੋਲਣਾ ਚਾਹੀਦਾ। ਅੱਜ ਤੁਸੀਂ ਅਗਰ ਹਰ ਬੰਦਾ ਇਹ ਨੀਅਤ ਕਰ ਲੇ ਕਿ ਮੈਂ ਅੱਜ ਤੂੰ ਆਪਣਾ ਅਕਾਊਂਟ ਖੋਲ ਲੈਣਾ ਅੱਗੇ ਦੀ ਤਿਆਰੀ ਵਾਸਤੇ, ਉਹ ਅਕਾਊਂਟ ਜਿਹੜਾ ਉਹ ਮੈਂ ਅੱਗੇ ਜਾ ਕੇ ਤੇ ਕੈਸ਼ ਕਰਾਣਾ, ਮੇਰਾ ਕੈਸ਼ ਹੋਣਾ ਹੈ ਅੱਗੇ ਜਾ ਕੇ। ਉਸ ਅਕਾਊਂਟ ਦੇ ਵਿੱਚ ਮੈਂ ਪੂਰੇ ਦਿਨ ਦੇ ਵਿੱਚ ਸਵੇਰ ਤੋਂ ਲਾ ਕੇ ਸ਼ਾਮ ਤੱਕ ਦਿਨ ਦੇ ਵਿੱਚ ਮੈਂ ਕੁਝ ਨਾ ਕੁਝ ਉਸ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਣਾ ਹੈ। ਕੋਈ ਦਿਨ ਐਸਾ ਨਾ ਗੁਜ਼ਰੇ ਮੇਰਾ ਕਿ ਜਿਸ ਦਿਨ ਮੈਂ ਉਸ ਅਕਾਊਂਟ ਦੇ ਵਿੱਚ ਕੁਝ ਬੈਲੈਂਸ ਜਮ੍ਹਾਂ ਨਾ ਕਰਾ ਸਕਾਂ। ਕੋਸ਼ਿਸ਼ ਇਹ ਕਰਨੀ ਚਾਹੀਦੀ, ਹਰ ਬੰਦੇ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਅੱਲਾਹ ਤਾਲਾ ਸਾਨੂੰ ਤੌਫੀਕ ਅਤਾ ਫਰਮਾਨ ਕਿ ਅਸੀਂ ਵੀ जी बिल्कुल आमीन। ਆਪਣੇ ਉਸ ਅਕਾਊਂਟ ਦੇ ਵਿੱਚ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਬੈਲੈਂਸ ਕਰਾ ਸਕੀਏ ਤੇ ਹੋਰ ਵੀ ਜਿਤਨੇ ਵੀ ਵੇਖਣ ਵਾਲੇ ਸੁਣਨ ਵਾਲੇ ਬੰਦੇ ਆਣ ਨੇ, ਅੱਲਾਹ ਤਾਲਾ ਸਭ ਨੂੰ ਤੌਫੀਕ ਅਤਾ ਫਰਮਾਏ जी ਕਿ ਆਪਣੇ ਉਸ ਅਕਾਊਂਟ ਦੇ ਵਿੱਚ ਰੋਜ਼ਾਨਾ ਦੀ ਬੁਨਿਆਦ ਤੇ ਡੇਲੀ ਬੇਸ ਤੇ ਕੁਝ ਨਾ ਕੁਝ बैलेंस जेड़ा उस अकाउंट दे विच जमा होना चाहिए। जबरदस्त जी, बिल्कुल होना चाहिए।